ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਇਹਨਾਂ ਖਬਰਾਂ ਉੱਪਰ ਵਿਚਾਰ ਚਰਚਾ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਸਹਿਯੋਗੀ ਮਨਦੀਪ ਸਿੰਘ ਟੁਰ ਜੀ। ਮਨਦੀਪ ਜੀ, ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਮਨਦੀਪ ਜੀ, ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅਸੀਂ ਗੱਲ ਕਰ ਲੈਂਦੇ ਹਾਂ ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਇਆ। ਜਦੋਂ ਇਹ ਵੇਰੀਐਂਟ ਸਾਹਮਣੇ ਆਇਆ ਤਾਂ ਫਿਰ ਦੇਸ਼ਾਂ ਵਿੱਚ ਇਸ ਨੂੰ ਲੈ ਕੇ ਚਿੰਤਾ ਦਾ ਮਾਹੌਲ ਬਣ ਗਿਆ। ਯਾਤਰਾ ਸੰਬੰਧੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ, ਪਰ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਡੈਲਟਾ ਦੇ ਮੁਕਾਬਲੇ ਇਹ ਘੱਟ ਖਤਰਨਾਕ ਹੈ। ਇਸ ਬਾਰੇ ਕੀ ਦੱਸਿਆ ਜਾ ਰਿਹਾ ਹੈ? ਬਿਲਕੁਲ ਜੀ, ਕਿਉਂਕਿ ਜਿਸ ਵਕਤ ਓਮੀਕਰੋਨ ਦੀ ਪਹਿਲੀ ਖਬਰ ਆਈ ਸੀ ਔਰ ਖਾਸ ਕਰਕੇ ਜਦੋਂ ਕੈਨੇਡਾ 'ਚ ਮਾਮਲੇ ਸ਼ੁਰੂ ਹੋਣ ਹੋਏ ਸੀ ਤੇ ਇੱਕ ਕਾਫੀ ਚਿੰਤਾ ਦਾ ਵਿਸ਼ਾ ਇਹ ਬਣ ਗਿਆ ਸੀ। ਹਾਲਾਂਕਿ ਹੁਣ ਵੀ ਹੈਗਾ, ਇਹਨੂੰ ਲੈ ਕੇ ਹੁਣ ਵੀ ਕਈ ਕਦਮ ਚੁੱਕੇ ਜਾ ਰਹੇ ਆ ਤਾਂ ਕਿ ਇਹ ਵੇਰੀਐਂਟ ਜਿਹੜਾ ਉਹ ਜ਼ਿਆਦਾ ਨਾ ਫੈਲੇ। ਪਰ ਕੁਝ ਕੁ ਵੱਡੀਆਂ ਹਸਤੀਆਂ ਦੇ ਮੈਡੀਕਲ ਖੇਤਰ ਨਾਲ ਜੁੜੀਆਂ ਕੁਝ ਹਸਤੀਆਂ ਦੇ ਇਸ ਤਰੀਕੇ ਦੇ ਬਿਆਨ ਆਏ ਆ ਜਿਨ੍ਹਾਂ ਕੁਝ ਰਾਹਤ ਜਿਹੜੀ ਆ ਉਹ ਜ਼ਰੂਰ ਮਿਲੀ ਆ। ਔਰ ਸਭ ਤੋਂ ਪਹਿਲਾਂ ਤਾਂ ਅਸੀਂ ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਦੀ ਹੀ ਗੱਲ ਕਰ ਲੈਂਦੇ ਹਾਂ, ਜਿਨ੍ਹਾਂ ਨੇ ਕਿਹਾ ਕਿ ਸਾਨੂੰ ਓਮੀਕਰੋਨ ਦੀ ਬਜਾਏ ਜਿਹੜਾ ਵਾ ਡੈਲਟਾ ਵੇਰੀਐਂਟ ਉੱਤੇ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ। ਉਹ ਕਹਿੰਦੇ ਕਿ ਜੇਕਰ ਜ਼ਿਆਦਾ ਅਸੀਂ ਦੇਖੀਏ ਤਾਂ ਨੁਕਸਾਨ ਜਿਹੜਾ ਇਸ ਵਕਤ ਹੋ ਰਿਹਾ ਉਹ ਡੈਲਟਾ ਵੇਰੀਐਂਟ ਕਰਕੇ ਹੋ ਰਿਹਾ। ਔਰ ਕਈ ਲੋਕ ਖਾਸ ਕਰਕੇ ਕਹਿੰਦੇ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਆ ਉਹਨਾਂ ਵਿੱਚ ਹਾਲੇ ਵੀ ਡੈਲਟਾ ਵੇਰੀਐਂਟ ਦੇ ਮਾਮਲੇ ਕਾਫੀ ਸਾਹਮਣੇ ਆ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਸਾਨੂੰ ਓਮੀਕਰੋਨ ਨੂੰ ਲੈ ਕੇ ਕੁਝ ਖਾਸ ਹਦਾਇਤਾਂ, ਕਿਉਂਕਿ ਅੱਗੇ ਕ੍ਰਿਸਮਸ ਦਾ ਤਿਉਹਾਰ ਆ ਰਿਹਾ, ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਨੇ ਕੁਝ ਦਿਨਾਂ ਦੇ ਵਿੱਚ। ਸੋ ਕਹਿੰਦੇ ਕਿ ਉਦੋਂ ਲੋਕ ਆਪਸ ਦੇ ਵਿੱਚ ਮਿਲਦੇ ਨੇ, ਪਾਰਟੀਆਂ ਕਰਦੇ ਨੇ ਜਾਂ ਮਾਲ ਦੇ ਵਿੱਚ ਕਾਫੀ ਜਿਹੜੀ ਉਹ ਭੀੜ ਜਮ੍ਹਾਂ ਹੋ ਜਾਂਦੀ ਆ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਓਮੀਕਰੋਨ ਨੂੰ ਖਾਸ ਤੌਰ ਤੇ ਸਾਨੂੰ ਕੋਈ ਹਦਾਇਤਾਂ ਦੇਣ ਦੀ ਇਹਦੇ ਬਾਰੇ ਲੋੜ ਨਹੀਂ ਔਰ ਡੈਲਟਾ ਵੇਰੀਐਂਟ ਉੱਤੇ ਸਾਨੂੰ ਜ਼ਿਆਦਾ ਜਿਹੜਾ ਉਹ ਧਿਆਨ ਰੱਖਣ ਦੀ ਲੋੜ ਆ। ਔਰ ਇਹਦੇ ਨਾਲ ਹੀ ਜੇਕਰ ਅਸੀਂ ਇਸ ਤੋਂ ਵੀ ਅੱਗੇ ਚੱਲੀਏ ਤਾਂ ਜਿਹੜੇ ਅਮਰੀਕਾ ਦੇ ਇਸ ਵਕਤ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਆ ਜੋ ਬਾਈਡਨ, ਉਹਨਾਂ ਦੇ ਚੀਫ ਮੈਡੀਕਲ ਐਡਵਾਈਜ਼ਰ ਨੇ ਜਿਹੜੇ ਡਾਕਟਰ ਐਂਥਨੀ ਫੌਂਚੀ, ਉਹਨਾਂ ਵੱਲੋਂ ਇੱਕ ਕਾਫੀ ਵੱਡਾ ਬਿਆਨ ਦਿੱਤਾ ਗਿਆ ਜਿਨ੍ਹਾਂ ਨੇ ਕਿਹਾ ਕਿ ਓਮੀਕਰੋਨ ਜਿਹੜਾ ਵੇਰੀਐਂਟ ਆ ਇਹ ਡੈਲਟਾ ਵੇਰੀਐਂਟ ਨਾਲੋਂ ਜਿਹੜਾ ਜ਼ਿਆਦਾ ਖਤਰਨਾਕ ਨਹੀਂਗਾ, ਜੋ ਕਿ ਇੱਕ ਕਾਫੀ ਰਾਹਤ ਭਰਿਆ ਬਿਆਨ ਆ। ਕਿਉਂਕਿ ਬਹੁਤ ਵੱਡੀ ਚਿੰਤਾ ਸੀ ਔਰ ਲੋਕਾਂ 'ਚ ਇੱਕ ਡਰ ਵੀ ਸੀ ਕਿ ਪਤਾ ਨਹੀਂ ਕਿੰਨਾ ਕੁ ਖਤਰਨਾਕ ਵੇਰੀਐਂਟ ਜਿਹੜਾ ਉਹ ਇਸ ਵਕਤ ਦੁਬਾਰਾ ਆ ਗਿਆ। ਔਰ ਸ਼ੁਰੂਆਤੀ ਰਿਪੋਰਟਾਂ ਵੀ ਇਹੀ ਕਹਿ ਰਹੀਆਂ ਸੀ ਕਿ ਬਹੁਤ ਜਲਦੀ ਇਹ ਫੈਲ ਰਿਹਾ, ਪਤਾ ਨਹੀਂ ਇਹਦੇ ਉੱਤੇ ਵੈਕਸੀਨ ਅਸਰ ਕਰੇਗੀ ਜਾਂ ਨਹੀਂ ਕਰੇਗੀ। ਔਰ ਮੈਨੂੰ ਲੱਗਦਾ ਕਿ ਸ਼ਾਇਦ ਬਹੁਤ ਸਾਰੇ ਸਵਾਲਾਂ ਦੇ ਜਵਾਬ ਇਸ ਗੱਲ ਤੋਂ ਮਿਲ ਗਏ ਹੋਣਗੇ ਜੇਕਰ ਅਮਰੀਕਾ ਦਾ ਚੀਫ ਮੈਡੀਕਲ ਐਡਵਾਈਜ਼ਰ ਰਾਸ਼ਟਰਪਤੀ ਦਾ ਇਹ ਕਹਿ ਰਿਹਾ ਕਿ ਡੈਲਟਾ ਵੇਰੀਐਂਟ ਨਾਲੋਂ ਜ਼ਿਆਦਾ ਇਹ ਖਤਰਨਾਕ ਨਹੀਂਗਾ। ਪਰ ਫਿਰ ਵੀ ਉਹਨਾਂ ਨੇ ਕਿਹਾ ਕਿ ਸਾਨੂੰ ਇਹਦਾ ਧਿਆਨ ਰੱਖਣਾ ਪਊਗਾ, ਇਹਦੇ ਤੋਂ ਬਚਣਾ ਪਊਗਾ। ਪਰ ਨਾਲ ਉਹਨਾਂ ਨੇ ਹੌਸਲਾ ਵੀ ਦਿੱਤਾ ਕਿ ਉਹਨਾਂ ਖਤਰਨਾਕ ਨਹੀਂਗਾ ਜਿੰਨਾ ਅਸੀਂ ਇਹਨੂੰ ਸਮਝ ਰਹੇ ਸੀਗੇ। ਸੋ ਇਸ ਤੋਂ ਅੱਗੇ ਹੁਣ ਫਿਰ ਵੀ ਹੱਲੇ ਉਡੀਕ ਆ ਕਿ ਵੈਕਸੀਨ ਕੰਪਨੀਆਂ, ਹੋਰ ਡਾਕਟਰ ਕੀ ਕਹਿੰਦੇ ਆ ਕਿ ਵੈਕਸੀਨ ਇਹਦੇ ਉੱਤੇ ਕਿੰਨਾ ਕੁ ਅਸਰ ਕਰਦੀ ਆ, ਕਿੰਨਾ ਨਹੀਂ ਕਰਦੀ ਆ। ਪਰ ਕ੍ਰਿਸਮਸ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਇੱਕ ਚੰਗੀ ਖਬਰ ਇਹ ਆਈ ਆ, ਜਿਸ ਤਰੀਕੇ ਨਾਲ ਓਮੀਕਰੋਨ ਵੇਰੀਐਂਟ ਦਾ ਜਿਹੜਾ ਡਰ ਭੈ ਬਣਾਇਆ ਜਾ ਰਿਹਾ ਸੀ ਉਹ ਤੋਂ ਕੁਝ ਨਾ ਕੁਝ ਜਿਹੜੇ ਇਹ ਬਿਆਨ ਆ ਉਹ ਜ਼ਰੂਰ ਮੁਕਤ ਕਰਦੇ ਆ। ਜੀ ਮਨਦੀਪ ਜੀ, ਇਸ ਤੋਂ ਬਾਅਦ ਗੱਲ ਕਰਦੇ ਹਾਂ ਕੈਨੇਡਾ ਵੱਲੋਂ ਜੋ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ, ਜਿੱਥੇ ਸਾਊਥ ਅਫਰੀਕੀ ਦੇਸ਼ਾਂ ਨਾਲ ਉਡਾਨਾਂ ਸੰਬੰਧੀ ਰੋਕ ਲਗਾ ਦਿੱਤੀ ਗਈ, ਪਰ ਹੁਣ ਕੁਝ ਰਾਹਤ ਦੇਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਕੀ ਢਿੱਲ ਦਿੱਤੀ ਜਾ ਰਹੀ ਹੈ ਹੁਣ ਕੈਨੇਡਾ ਵੱਲੋਂ? ਬਿਲਕੁਲ ਜੀ, ਕਿਉਂਕਿ ਪਹਿਲਾਂ ਤਾਂ ਬਿਲਕੁਲ ਹੀ ਜਿਹੜੀ ਰੋਕ ਉਹ ਲਗਾ ਦਿੱਤੀ ਗਈ ਸੀਗੀ, ਪਰ ਹੁਣ ਜਿਹੜੇ ਉੱਥੇ ਨਾਗਰਿਕ ਫਸੇ ਹੋਏ ਨੇ ਉਹਨਾਂ ਨੂੰ ਜਿਹੜਾ ਵਾ ਥੋੜੀ ਜਿਹੀ ਜਿਹੜੀ ਢਿੱਲ ਦਿੱਤੀ ਗਈ ਆ। ਖਾਸ ਕਰਕੇ ਸਾਊਥ ਅਫਰੀਕਾ ਦਾ ਜਿਹੜਾ ਜ਼ਿਕਰ ਇੱਥੇ ਕੀਤਾ ਜਾ ਰਿਹਾ, ਜਿਹਦੇ ਵਿੱਚ ਪਰਮਿਸ਼ਨ ਦਿੱਤੀ ਗਈ ਹੈ ਉੱਥੇ ਜਿਹੜੇ ਕੈਨੇਡੀਅਨ ਨਾਗਰਿਕ ਫਸੇ ਹੋਏ ਨੇ ਔਰ ਉਹਨਾਂ ਨੂੰ ਖਾਸ ਕਰਕੇ ਕਿਹਾ ਜਾ ਰਿਹਾ ਕਿ ਜੇਕਰ ਉਹਨਾਂ ਕੋਲ ਪਿਛਲੇ 2 ਦਿਨ ਦੀ ਜਿਹੜੀ ਕੋਈ ਇਹੋ ਜਿਹੀ ਨੈਗੇਟਿਵ ਰਿਪੋਰਟ ਹੈਗੀ ਆ ਉਹਨਾਂ ਦਾ ਜਿਹੜਾ ਕਰੋਨਾ ਟੈਸਟ ਦੀ, ਤਾਂ ਉਹ ਜਿਹੜੇ ਆ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਨੇ। ਔਰ ਉਹਨਾਂ ਨੂੰ 12-13 ਦਸੰਬਰ ਤੱਕ ਦਾ ਸਮਾਂ ਜਿਹੜਾ ਦਿੱਤਾ ਗਿਆ ਔਰ ਉਸ ਦਿਨ ਤੱਕ ਉਹ ਜਿਹੜੇ ਦਾਖਲ ਹੋ ਸਕਦੇ ਨੇ। ਸੋ ਇਹਨੂੰ ਇੱਕ ਤਰੀਕੇ ਦੀ ਢਿੱਲ ਜਿਹੜੀ ਉਹ ਮੰਨਿਆ ਜਾ ਰਿਹਾ। ਔਰ ਉਸ ਤੋਂ ਬਾਅਦ ਜਿਹੜਾ ਵਾ ਕੁਝ ਹੋਰ ਸਖਤੀਆਂ ਕੀਤੀਆਂ ਜਾਣਗੀਆਂ। ਪਰ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਕੁਝ ਸਾਊਥ ਅਫਰੀਕਨ ਕੰਟਰੀਜ਼ ਦੇ ਲੀਡਰਾਂ ਨੇ ਜਿਹੜੀ ਆ ਆਲੋਚਨਾ ਕੀਤੀ ਆ, ਜਿਸ 'ਚ ਕੈਨੇਡਾ ਵੀ ਸ਼ਾਮਲ ਆ। ਉਹਨਾਂ ਨੇ ਕਿਹਾ ਕਿ ਦੁਨੀਆ ਦੇ ਹੋਰ ਥਾਵਾਂ ਤੋਂ, ਹੋਰ ਮੁਲਕਾਂ 'ਚ ਵੀ ਓਮੀਕਰੋਨ ਦੇ ਵੇਰੀਐਂਟ ਸਾਹਮਣੇ ਪਾਏ ਗਏ ਨੇ, ਉੱਥੋਂ ਵੀ ਮਾਮਲੇ ਸਾਹਮਣੇ ਆਏ ਨੇ। ਪਰ ਜਿਹੜੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ ਉਹ ਸਿਰਫ ਸਾਊਥ ਅਫਰੀਕਨ ਕੰਟਰੀਜ਼ ਉੱਤੇ ਲਾਈਆਂ ਜਾ ਰਹੀਆਂ ਨੇ, ਜਦਕਿ ਬਾਕੀ ਹੋਰ ਮੁਲਕਾਂ ਉੱਤੇ ਕੋਈ ਪਾਬੰਦੀ ਨਹੀਂ ਲਾਈ ਜਾ ਰਹੀ ਆ। ਇਹਨੂੰ ਉਹਨਾਂ ਨੇ ਭੇਦਭਾਵ ਵੀ ਦੱਸਿਆ ਤੇ ਕਹਿੰਦੇ ਖਾਸ ਤੌਰ ਤੇ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਪਰ ਕੈਨੇਡਾ ਵੱਲੋਂ ਫਿਲਹਾਲ ਜਿਹੜੀ ਆ ਥੋੜੀ ਢਿੱਲ ਜਿਹੜੀ ਉਹ ਜ਼ਰੂਰ ਦਿੱਤੀ ਗਈ ਹੈ।
ਜੀ ਬਿਲਕੁਲ। ਮਨਦੀਪ ਜੀ, ਇਸ ਤੋਂ ਬਾਅਦ ਗੱਲ ਕਰਦੇ ਹਾਂ ਅਮਰੀਕਾ ਦੀ, ਜੋ ਵਿੰਟਰ 올림픽 ਖੇਡਾਂ ਹੋਣ ਵਾਲੀਆਂ ਨੇ, ਇਸ ਦਾ ਬਾਈਕਾਟ ਕੀਤਾ ਗਿਆ ਅਮਰੀਕਾ ਵੱਲੋਂ। ਇਸ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ? ਬਿਲਕੁਲ ਜੀ, ਬਹੁਤ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ। ਖਾਸ ਕਰਕੇ ਜੇਕਰ ਅਸੀਂ ਅਮਰੀਕਾ ਅਤੇ ਚਾਈਨਾ ਦੇ ਰਿਲੇਸ਼ਨਸ ਤੇ ਗੱਲ ਕਰੀਏ ਤਾਂ ਬਹੁਤੇ ਠੀਕ ਨਹੀਂ ਚੱਲ ਰਿਹਾ। ਹਾਲਾਂਕਿ ਪਿਛਲੇ ਦਿਨ ਇੱਕ ਖਬਰ ਸਾਹਮਣੇ ਆਈ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਅਤੇ ਚਾਈਨਾ ਦੇ ਜਿਹੜੇ ਆਗੂ ਨੇ ਉਹਨਾਂ ਦੇ ਵਿਚਕਾਰ ਇੱਕ ਬਹੁਤ ਵੱਡੀ ਮੁਲਾਕਾਤ ਹੋਈ ਸੀ, ਮੀਟਿੰਗ ਹੋਈ ਸੀ, ਔਰ ਉਸ ਤੋਂ ਬਾਅਦ ਇਹ ਸਮਝਿਆ ਜਾ ਰਿਹਾ ਸੀਗਾ ਕਿ ਦੋਨਾਂ ਮੁਲਕਾਂ ਦੇ ਵਿੱਚ ਫਿਲਹਾਲ ਕੁਝ ਦੇਰ ਲਈ ਰਿਲੇਸ਼ਨ ਜਿਹੜੇ ਉਹ ਠੀਕ ਰਹਿਣਗੇ। ਪਰ ਜੇਕਰ ਅਸੀਂ ਹੁਣ ਗੱਲ ਕਰੀਏ ਤਾਂ ਜਿਹੜੀਆਂ 4 ਫਰਵਰੀ 2022 ਦੇ ਵਿੱਚ ਜਿਹੜੀਆਂ ਇਹ ਵਿੰਟਰ 올림픽ਸ ਸ਼ੁਰੂ ਹੋਣ ਜਾ ਰਹੀਆਂ ਨੇ ਬੀਜਿੰਗ ਦੇ ਵਿੱਚ, ਉਹਦਾ ਡਿਪਲੋਮੈਟਿਕ ਪੱਧਰ ਦੇ ਉੱਤੇ ਜਿਹੜਾ ਵਾ ਅਮਰੀਕਾ ਵੱਲੋਂ ਬਾਈਕਾਟ ਕੀਤਾ ਜਾਵੇਗਾ। ਔਰ ਇਹ ਇੱਕ ਡਿਪਲੋਮੈਟਿਕ ਬਾਈਕਾਟ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਹਦੇ ਵਿੱਚ ਇਹ ਆ ਕਿ ਜਿਹੜੇ ਖਿਡਾਰੀ ਨੇ, ਐਥਲੀਟ ਨੇ, ਉਹ ਕੰਪੀਟ ਕਰਨਗੇ, ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਣਗੇ, ਪਰ ਡਿਪਲੋਮੈਟਿਕ ਪੱਧਰ ਦੇ ਉੱਤੇ ਜਿਹੜੇ ਡਿਪਲੋਮੈਟਸ ਜਾਂਦੇ ਨੇ ਉੱਥੇ ਨਾਲ ਆਪਣੇ ਖਿਡਾਰੀਆਂ ਨੂੰ ਜਾਂ ਸਮਰਥਨ ਕਰਦੇ ਨੇ ਜਾਂ ਆਪਣੇ ਮੁਲਕ ਦੀ ਅੱਗੇ ਪੈਰਵਾਈ ਕਰਦੇ ਨੇ, ਉਹ ਉੱਥੇ ਨਹੀਂ ਜਾਣਗੇ, ਜਿਹਦਾ ਐਲਾਨ ਜਿਹੜਾ ਵਾ ਵਾਈਟ ਹਾਊਸ ਵੱਲੋਂ ਕਰ ਦਿੱਤਾ ਗਿਆ, ਜੋ ਕਿ ਇੱਕ ਕਾਫੀ ਵੱਡੀ ਖਬਰ ਹੈ ਅੱਜ ਦੀ ਬਣੀ ਹੋਈ ਆ। ਔਰ ਇਸ ਤੇ ਅੱਗੇ ਜਿਹੜਾ ਵਾ ਬੀਜਿੰਗ ਵੱਲੋਂ ਵੀ ਹੁਣ ਰਿਐਕਸ਼ਨ ਦੇਖਿਆ ਜਾ ਰਿਹਾ ਕਿ ਉਧਰੋਂ ਚਾਈਨੀਜ਼ ਗਵਰਨਮੈਂਟ ਵੱਲੋਂ ਕੀ ਰਿਐਕਸ਼ਨ ਦਿੱਤਾ ਜਾਂਦਾ, ਪਰ ਅਮਰੀਕਾ ਵੱਲੋਂ ਜਿਹੜਾ ਵਾ ਇਹ ਦਿੱਤਾ ਗਿਆ ਵਾ ਕਿ ਉਹ ਨਹੀਂ ਜਾਣਗੇ। ਔਰ ਇਹਦੇ ਪਿੱਛੇ ਉਹਨਾਂ ਨੇ ਕਾਰਨ ਇਹ ਦਿੱਤਾ ਹੈ ਕਿ ਚਾਈਨਾ ਦੇ ਵਿੱਚ ਕਹਿੰਦੇ ਹਿਊਮਨ ਰਾਈਟਸ ਦੀ ਜਿਹੜੀ ਆ ਬਹੁਤ ਜ਼ਿਆਦਾ ਵਾਇਓਲੇਸ਼ਨ ਹੋ ਰਹੀ ਆ, ਮਨੁੱਖੀ ਅਧਿਕਾਰਾਂ ਦਾ ਘਾਣ ਜਿਹੜਾ ਉੱਥੇ ਹੋ ਰਿਹਾ। ਔਰ ਖਾਸ ਕਰਕੇ ਕੁਝ ਇਲਾਕਿਆਂ ਨੂੰ ਮੈਂਸ਼ਨ ਕੀਤਾ ਕਿ ਉੱਥੇ ਕਿਸ ਤਰੀਕੇ ਨਾਲ ਜਿਹੜਾ ਵਾ ਟਾਰਗੇਟ ਕੀਤਾ ਜਾ ਰਿਹਾ। ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਵਾ ਉੱਥੇ ਮੁਸਲਮਾਨਾਂ ਦੇ ਨਾਲ ਕੁਝ ਇਲਾਕਿਆਂ ਦੇ ਵਿੱਚ ਕਿਸ ਤਰੀਕੇ ਦਾ ਵਰਤਾਓ ਕੀਤਾ ਜਾ ਰਿਹਾ, ਉਹਦੇ ਉੱਤੇ ਅਮਰੀਕਾ ਨੇ ਵੀ ਸਵਾਲ ਚੁੱਕੇ, ਕੈਨੇਡਾ ਨੇ ਵੀ ਇਹ ਮੁੱਦਾ ਉਠਾਇਆ, ਔਰ ਦੁਨੀਆ ਭਰ ਦੇ ਵਿੱਚ ਇਹਦੀ ਗੱਲ ਹੁੰਦੀ ਆ। ਸੋ ਉਹਨਾਂ ਚੀਜ਼ਾਂ ਨੂੰ ਲੈ ਕੇ ਇਸ ਵਕਤ ਇੱਕ ਵਾਰੀ ਫੇਰ ਅਮਰੀਕਾ ਨੇ ਜੋ ਸਟੈਪ ਲਿਆ ਵਾ ਉਹ ਕਾਫੀ ਵੱਡਾ ਆ, ਔਰ ਇਹਦੀ ਚਰਚਾ ਪੂਰੀ ਦੁਨੀਆ 'ਚ ਹੋ ਰਹੀ ਆ। ਤੇ ਇਸ ਵਕਤ ਕੀ ਹੁੰਦਾ ਆ ਅੱਗਿਓਂ, ਚਾਈਨਾ ਅੱਗੇ ਕੀ ਰਿਐਕਟ ਕਰਦਾ ਆ, ਸੋ ਇਹਦੇ ਤੋਂ ਸਭ ਦੀ ਨਜ਼ਰ ਜਿਹੜੀ ਆ ਬਣੀ ਹੋਈ ਆ। ਔਰ ਜਦੋਂ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਕੁਝ ਹੁੰਦਾ ਆ ਤਾਂ ਪੂਰੀ ਦੁਨੀਆ ਜਿਹੜੀ ਆ ਪ੍ਰਭਾਵਿਤ ਹੁੰਦੀ ਆ। ਖਾਸ ਕਰਕੇ ਜਿਹੜੇ ਚਾਈਨਾ ਉੱਤੇ ਮੁਲਕ ਨਿਰਭਰ ਕਰਦੇ ਨੇ, ਅਮਰੀਕਾ ਤੇ ਨਿਰਭਰ ਕਰਦੇ ਨੇ, ਦੋਨਾਂ ਪਾਸੇ ਉਹਨਾਂ ਦੀ ਸਾਂਝ ਉਹ ਵੀ ਕਾਫੀ ਪ੍ਰਭਾਵਿਤ ਹੁੰਦੇ ਆ। ਔਰ ਇਸ ਤੋਂ ਬਾਅਦ ਕੈਨੇਡਾ ਦੇ ਸਰਕਾਰ ਤੋਂ ਜਦੋਂ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਹਾਲੇ ਕੈਨੇਡਾ ਸਰਕਾਰ ਨੇ ਇਸ ਸੰਬੰਧੀ ਕੁਝ ਵੀ ਫੈਸਲਾ ਨਹੀਂ ਲਿਆ ਵਾ ਕਿ ਉਹਨਾਂ ਵੱਲੋਂ ਕੋਈ ਇਸ ਤਰੀਕੇ ਦਾ ਡਿਪਲੋਮੈਟਿਕ ਬਾਈਕਾਟ ਕੀਤਾ ਜਾਵੇਗਾ ਜਾਂ ਨਹੀਂ ਕੀਤਾ ਜਾਵੇਗਾ। ਔਰ ਖਾਸ ਕਰਕੇ ਅਮਰੀਕਾ ਵੱਲੋਂ ਕੁਝ ਖਾਸ ਕੰਪੇਨ ਜੇਕਰ ਅਸੀਂ ਕਹੀਏ ਤਾਂ ਚਲਾਈ ਜਾ ਰਹੀ ਹੈ, ਕਿਉਂਕਿ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਆ ਬਾਈਡਨ ਵੱਲੋਂ, ਉਹਨਾਂ ਵੱਲੋਂ ਮੁਲਕ ਦੇ ਜਿਹੜੇ ਵੱਡੇ ਮਾਫ ਕਰਨਾ ਜਿਹੜੇ ਦੁਨੀਆ ਭਰ ਦੇ ਵੱਡੇ ਲੀਡਰ ਆ ਉਹਨਾਂ ਨੂੰ ਇੱਕ ਸੱਦਾ ਦਿੱਤਾ ਗਿਆ ਵਾਈਟ ਹਾਊਸ ਤੇ, ਜਿਸ 'ਚ 100 ਮੁਲਕਾਂ ਤੋਂ ਵੀ ਵੱਧ ਜਿਹੜੇ ਲੀਡਰ ਆ ਉਹ ਆਉਣਗੇ। ਔਰ ਵਿਸ਼ਾ ਉਹਨਾਂ ਨੇ ਰੱਖਿਆ ਕਿ ਡੈਮੋਕ੍ਰੇਸੀ ਕਿਸ ਤਰੀਕੇ ਨਾਲ ਦੁਨੀਆ ਦੇ ਵਿੱਚ ਵਰਕ ਕਰ ਰਹੀ ਆ ਜਾਂ ਕਰਨੀ ਚਾਹੀਦੀ ਆ, ਡੈਮੋਕ੍ਰੇਸੀ ਨੂੰ ਕੋਈ ਖਤਰਾ ਤਾਂ ਨਹੀਂ, ਜਾਂ ਕਈ ਵਾਰ ਕਿਹਾ ਵੀ ਜਾਂਦਾ ਇਹ ਕਿ ਮੁਲਕ ਦੇ ਵਿੱਚ ਮਾਫ ਕਰਨਾ ਦੁਨੀਆ ਭਰ ਦੇ ਵਿੱਚ ਜਿਹੜਾ ਡੈਮੋਕ੍ਰੇਸੀ ਇੱਕ ਖਤਰੇ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ। ਸੋ ਡੈਮੋਕ੍ਰੇਸੀ ਦੇ ਵਿਸ਼ੇ ਉੱਤੇ ਚਰਚਾ ਕਰਨ ਲਈ ਦੁਨੀਆ ਭਰ ਦੇ ਜਿਹੜੇ ਵੱਡੇ ਲੀਡਰ ਆ 100 ਮੁਲਕਾਂ ਦੇ ਉਹ ਬੁਲਾਏ ਜਾ ਰਹੇ ਨੇ, ਜਿਸ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉੱਥੇ ਜਾਣਗੇ, ਉਹਨਾਂ ਨੂੰ ਵੀ ਸੱਦਾ ਭੇਜਿਆ ਗਿਆ ਵਾ। ਸੋ ਦੇਖਦੇ ਆ ਕਿ ਉਸ ਉੱਤੇ ਕੀ ਹੁੰਦਾ ਹੈ। ਸੋ ਇਹ ਤਾਂ ਸਾਰੀਆਂ ਚੀਜ਼ਾਂ ਨੂੰ ਇੱਕ ਥਾਂ ਤੇ ਰਿਲੇਟ ਕਰਕੇ ਹੀ ਜਿਹੜਾ ਦੇਖਿਆ ਜਾ ਰਿਹਾ। ਸੋ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਸਿਆਸਤ ਇਸ ਮੁੱਦੇ ਉੱਤੇ ਦੋਨਾਂ ਮੁਲਕਾਂ 'ਚ ਹੋਰ ਵੀ ਗਰਮਾ ਸਕਦੀ ਹੈ। ਜੀ ਮਨਦੀਪ ਜੀ, ਇਸ ਤੋਂ ਬਾਅਦ ਅਸੀਂ ਗੱਲ ਮੌਸਮ ਦੀ ਕਰਦੇ ਹਾਂ। ਸਰੀ ਵਿੱਚ ਪਹਿਲੀ ਬਰਫ਼ਬਾਰੀ ਹੋਈ ਹੈ, ਜਿਸ ਦੀਆਂ ਤਸਵੀਰਾਂ ਵੀ ਲਗਾਤਾਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਨੇ। ਮੌਸਮ ਬਾਰੇ ਹੁਣ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ, ਇੱਥੇ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ? ਬਿਲਕੁਲ ਜੀ, ਪਿਛਲੇ ਕਾਫੀ ਦਿਨਾਂ ਤੋਂ ਆਸ-ਪਾਸ ਦੇ ਇਲਾਕਿਆਂ 'ਚ ਬਰਫ਼ਬਾਰੀ ਹੋ ਰਹੀ ਸੀ, ਔਰ ਖਾਸ ਕਰਕੇ ਬੀਤੇ ਦਿਨਾਂ ਤੋਂ ਜਿੱਥੇ ਹੜ੍ਹ ਆਏ ਹੋਏ ਸੀਗੇ ਉੱਥੇ ਵੀ ਫਰੇਜ਼ਰ ਵੈਲੀ ਵਿੱਚ ਐਪਸਫੋਰਡ ਤੇ ਹੋਰ ਆਸ-ਪਾਸ ਇਲਾਕਿਆਂ ਵਿੱਚ ਬਰਫ਼ਬਾਰੀ ਹੋ ਰਹੀ ਸੀਗੀ। ਔਰ ਅੱਜ ਸਵੇਰੇ ਜਦੋਂ ਸਰੀ ਵਾਸੀਆਂ ਦੀ ਆਕੂਲੀ ਤਾਂ ਬਾਹਰ ਦੇਖਿਆ ਕਿ ਚੰਗੀ ਕਾਫੀ ਸਨੋ ਪਈ ਹੋਈ ਆ। ਔਰ ਮੈਟਰੋ ਵੈਨਕੂਵਰ ਦੇ ਇਲਾਕਿਆਂ ਤੋਂ ਲੈ ਕੇ ਵੈਨਕੂਵਰ ਆਈਲੈਂਡ ਤੇ ਹੋਰ ਨਾਰਥਨ ਇਲਾਕਿਆਂ ਦੇ ਵਿੱਚ ਸਾਰੇ ਪਾਸੇ ਬਰਫ਼ਬਾਰੀ ਹੋ ਰਹੀ ਆ। ਔਰ ਕਈ ਥਾਵਾਂ ਤੇ ਜਨ ਜੀਵਨ ਵੀ ਪ੍ਰਭਾਵਿਤ ਕੀਤਾ ਗਿਆ, ਖਾਸ ਕਰਕੇ ਐਪਸਫੋਰਡ ਦੇ ਵਿੱਚ ਵੀ ਕਈ ਥਾਵਾਂ ਤੇ ਦੇਖਿਆ ਕਾਫੀ ਬਰਫ਼ਬਾਰੀ ਹੋਈ ਆ। ਸੜਕਾਂ ਸਾਫ਼ ਕੀਤੀਆਂ ਜਾ ਰਹੀਆਂ ਨੇ, ਟ੍ਰੈਫਿਕ ਨੂੰ ਫਰਕ ਜ਼ਰੂਰ ਪੈਂਦਾ। ਔਰ ਜੇਕਰ ਅਸੀਂ ਵੈਨਕੂਵਰ ਆਈਲੈਂਡ ਦੀ ਗੱਲ ਕਰੀਏ ਤਾਂ ਉੱਥੇ ਕਾਫੀ ਇੰਪੈਕਟ ਪਿਆ, ਕੁਝ ਸਕੂਲ ਵੀ ਜਿਹੜੇ ਬੰਦ ਕਰਨੇ ਪਏ ਨੇ ਸਨੋ ਦਾ ਕਰਕੇ। ਔਰ BC ਹਾਈਡਰੋ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਆ ਕਿ 8000 ਤੋਂ ਵੱਧ ਜਿਹੜੇ ਉਹਨਾਂ ਦੇ ਕਸਟਮਰ ਆ ਉਹ, ਕਿਉਂਕਿ ਇਸ ਦੌਰਾਨ ਕੁਝ ਦਰਖਤ ਵੀ ਡਿੱਗੇ ਨੇ,
ਔਰ ਬਿਜਲੀ ਤੋਂ ਬਗੈਰ ਉਹਨਾਂ ਨੂੰ ਜਿਹੜਾ ਇਸ ਵਕਤ ਰਹਿਣਾ ਪੈ ਰਿਹਾ। ਬਿਜਲੀ ਵੀ ਗਈ ਆ ਔਰ ਰੀਸਟੋਰ ਕਰਨ ਦੀ ਜਿਹੜੀ ਕੋਸ਼ਿਸ਼ ਲਗਾਤਾਰ ਚੱਲ ਰਹੀ ਆ। ਔਰ ਸਰੀ ਦੇ ਵਿੱਚ ਕਿਉਂਕਿ ਜੇਕਰ ਅਸੀਂ ਪਿਛਲੇ ਸਾਲ ਨਾਲ ਤੁਲਨਾ ਕਰੀਏ ਤਾਂ ਪਿਛਲੇ ਸਾਲ ਕਾਫੀ ਲੇਟ ਜਿਹੜੀ ਬਰਫ਼ਬਾਰੀ ਪਈ ਸੀ ਔਰ ਜੇਕਰ ਮੈਂ ਸਹੀ ਹਾਂ ਤਾਂ ਕ੍ਰਿਸਮਸ ਵੀ ਜਿਹੜੀ ਉਹ ਸੁੱਕੀ ਲੰਘ ਗਈ ਸੀ ਜਿੰਨਾ ਕੁ ਮੈਨੂੰ ਯਾਦ ਆ। ਪਰ ਇਸ ਵਾਰ ਜੇਕਰ ਅਸੀਂ ਕਹੀਏ ਤਾਂ ਦਸੰਬਰ ਦੇ ਪਹਿਲੇ ਹਫਤੇ ਬਰਫ਼ਬਾਰੀ ਪਈ ਆ। ਸੋ ਲੋਕ ਹਾਲਾਂਕਿ ਨਾਲ ਥੋੜਾ ਜਿਹਾ ਮੀਂਹ ਵੀ ਪੈ ਗਿਆ ਜਿਸ ਕਰਕੇ ਮੁਸ਼ਕਲ ਘਟ ਗਈ। ਸੜਕਾਂ ਥੋੜੀਆਂ ਜਿਹੀਆਂ ਸਾਫ਼ ਹੋ ਗਈਆਂ, ਹਟਾ ਵੀ ਦਿੱਤੀ ਗਈ ਆ। ਪਹਿਲਾਂ ਵੀ ਸਿਟੀ ਵੱਲੋਂ ਤਿਆਰੀ ਕਰ ਲਈ ਗਈ ਸੀ, ਸੜਕਾਂ ਤੇ ਲੋੜ ਲਾਣ ਕਾਫੀ ਪਾਇਆ ਗਿਆ ਸੀਗਾ ਤਾਂ ਕਿ ਬਹੁਤੀ ਮੁਸ਼ਕਲ ਨਾ ਆਵੇ, ਜਲਦੀ ਖੁਰ ਜਾਵੇ। ਪਰ ਇੰਨਾ ਜ਼ਰੂਰ ਆ ਕਿ ਹੱਲੇ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਹੱਲੇ ਬਰਫ਼ਬਾਰੀ ਦੀ ਭਵਿੱਖਬਾਣੀ এনवायरमेंट ਕੈਨੇਡਾ ਵੱਲੋਂ ਕੀਤੀ ਗਈ ਆ ਕਿ ਬਰਫ਼ਬਾਰੀ ਹੋਰ ਵੀ ਹੋ ਸਕਦੀ ਹੈ। ਜੀ ਮਨਦੀਪ ਜੀ, ਇਸ ਦੇ ਨਾਲ ਹੀ ਗੱਲ ਕਰ ਲੈਂਦੇ ਆ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉੱਥੇ ਕਿਸ ਤਰ੍ਹਾਂ ਦੀ ਹੁਣ ਸਥਿਤੀ ਬਣੀ ਹੋਈ ਹੈ, ਕਿਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਕਿਹੜੇ ਰਾਹਤ ਕਾਰਜ ਇਸ ਸਮੇਂ ਚਲਾਏ ਜਾ ਰਹੇ ਨੇ। ਬਿਲਕੁਲ ਜੀ, ਕਿਉਂਕਿ ਬਹੁਤੇ ਇਲਾਕਿਆਂ 'ਚੋਂ ਪਾਣੀ ਹੁਣ ਉਤਰ ਚੁੱਕਾ ਆ। ਹਾਲਾਂਕਿ ਪਾਣੀ ਹੱਲੇ ਵੀ ਕਾਫੀ ਖੜਾ ਆ ਪਰ ਘਰਾਂ ਦੇ ਵਿੱਚੋਂ ਖਾਸ ਕਰਕੇ ਜਿਹੜੇ ਹੋਰ ਸ਼ਹਿਰ ਸੀਗੇ, ਫਾਰਮ ਹਾਊਸ ਹੱਲੇ ਅਸੀਂ ਕਹੀਏ ਤਾਂ ਕਈ ਥਾਵਾਂ ਤੇ ਹੱਲੇ ਵੀ ਪਾਣੀ ਘਰਾਂ 'ਚ ਹੈਗਾ ਆ। ਪਰ ਜਿੱਥੇ ਜਿੱਥੇ ਲੋਕ ਪਹੁੰਚੇ ਨੇ, ਜਿੱਥੇ ਤੇ ਪਾਣੀ ਉਤਰਿਆ, ਹੁਣ ਉੱਥੇ ਜਿਹੜੀ ਅਸੀਂ ਮੁੜ ਵਸੇਵੇ ਦੀ ਜਿਹੜੀ ਅਸੀਂ ਕਹਿ ਸਕਦੇ ਆ ਕਾਰਵਾਈ ਦੁਬਾਰਾ ਸ਼ੁਰੂ ਹੋ ਗਈ ਆ। ਕਿਉਂਕਿ ਘਰਾਂ ਦੇ ਵਿੱਚ ਪਾਣੀ ਬਹੁਤ ਦਿਨ ਖੜਾ ਰਿਹਾ ਔਰ ਕਈ ਘਰਾਂ ਦੇ ਵਿੱਚ 20-20 ਦਿਨ ਜਿਹੜਾ ਪਾਣੀ ਖੜਾ ਰਿਹਾ, ਕਈਆਂ 'ਚ ਹਾਲੇ ਵੀ ਖੜਾ ਆ। ਸੋ ਉਹਨਾਂ ਘਰਾਂ ਦੇ ਵਿੱਚੋਂ ਹੁਣ ਜਿਹੜਾ ਸਮਾਨ ਖਰਾਬ ਹੋਇਆ ਉਹਨੂੰ ਕੱਢ ਕੇ ਬਾਹਰ ਸੁੱਟਿਆ ਜਾ ਰਿਹਾ। ਜਿਹੜਾ ਲਾਈਵ ਸਟਾਕ ਦੀ ਜੋ ਇਸ ਵਕਤ ਨੁਕਸਾਨ ਹੋਇਆ, ਜਿਵੇਂ ਅਸੀਂ ਜਾਣਕਾਰੀ ਦਿੱਤੀ ਸੀ ਕਿ ਖਾਸ ਕਰਕੇ ਪੋਲਟਰੀ ਫਾਰਮ ਜਿਹੜੇ ਆ ਸਭ ਤੋਂ ਵੱਧ ਪ੍ਰਭਾਵਿਤ ਹੋਏ ਆ ਔਰ ਪੋਲਟਰੀ ਫਾਰਮ ਦੇ ਜਿਹੜੇ ਜਾਨਵਰ ਆ ਜਿਨ੍ਹਾਂ ਵਿੱਚ ਅਸੀਂ ਮੁਰਗੇ ਮੁਰਗੀਆਂ ਕਹਿ ਸਕਦੇ ਆ, 6,28,000 ਤੋਂ ਵੱਧ ਉਹਨਾਂ ਦੀ ਮੌਤ ਹੋਈ ਆ, ਮਾਰੇ ਗਏ ਨੇ। ਉਹਨਾਂ ਨੂੰ ਉੱਥੋਂ ਰਿਮੂਵ ਕੀਤਾ ਜਾ ਰਿਹਾ ਔਰ ਕਿਤੇ ਦੂਰਲੇ ਇਲਾਕਿਆਂ 'ਚ ਜਾ ਕੇ ਸੁੱਟਿਆ ਜਾ ਰਿਹਾ ਤਾਂ ਕਿ ਉੱਥੇ ਬਦਬੂ ਨਾ ਫੈਲੇ, ਬਿਮਾਰੀਆਂ ਨਾ ਫੈਲਣ। ਸੋ ਇਹਨਾਂ ਸਾਰੀਆਂ ਚੀਜ਼ਾਂ ਉੱਤੇ ਵਰਕ ਹੋ ਰਿਹਾ ਔਰ ਘਰ ਜਿਹੜੇ ਆ ਹੁਣ ਉਹ ਇੰਸਪੈਕਟ ਕੀਤੇ ਜਾ ਰਹੇ ਆ ਕਿ ਕਿੰਨਾ ਕੁ ਨੁਕਸਾਨ ਹੋਇਆ, ਉਹਨਾਂ ਦੀ ਰਿਪੇਅਰ ਹੋ ਸਕਦੀ ਆ, ਰੈਨੋਵੇਸ਼ਨ ਹੋ ਸਕਦੀ ਆ ਜਾਂ ਉਹ ਢਾਉਣੇ ਪੈਣਗੇ। ਇਹਨਾਂ ਸਾਰੀਆਂ ਚੀਜ਼ਾਂ ਦਾ ਹਿਸਾਬ ਕਿਤਾਬ ਚੱਲ ਰਿਹਾ। ਸੋ ਨੁਕਸਾਨ ਕਿੰਨਾ ਹੋਇਆ ਹੁਣ ਉਸ ਚੀਜ਼ ਉੱਤੇ ਕੰਮ ਚੱਲ ਰਿਹਾ ਔਰ ਜਦੋਂ ਇਹ ਸਾਰਾ ਕੁਝ ਹੋ ਜਾਏਗਾ, ਕਿੰਨਾ ਕੁ ਨੁਕਸਾਨ ਹੋਇਆ ਇਹਦਾ ਪੂਰਾ ਅੰਦਾਜ਼ਾ ਲੱਗ ਗਿਆ, ਉਸ ਤੋਂ ਬਾਅਦ ਫਿਰ ਲੱਗਦਾ ਹੈ ਕਿ ਨੁਕਸਾਨ ਦੀ ਭਰਪਾਈ ਵੀ ਜਿਹੜੀ ਸ਼ੁਰੂ ਕੀਤੀ ਜਾਵੇਗੀ। ਨਜ਼ਰ ਸਭ ਦੀ ਉਸ ਤੇ ਹੀ ਆ ਕਿ ਸਰਕਾਰ ਕਿਸ ਤਰੀਕੇ ਨਾਲ ਉਸ ਨੁਕਸਾਨ ਦੀ ਭਰਪਾਈ ਜਿਹੜੀ ਉਹ ਕਰਦੀ ਹੈ। ਜੀ ਮਨਦੀਪ ਜੀ, ਹੁਣ ਰੈਜ਼ੀਡੈਂਸ਼ੀਅਲ ਸਕੂਲ ਦੇ ਜਿਹੜੇ ਰਿਕਾਰਡ ਹੈ ਇਸ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਰਕਾਰ ਇਹਨਾਂ ਨੂੰ ਪੇਸ਼ ਕਰਨ ਵਾਲੀ ਹੈ। ਇਹਨਾਂ ਰਿਕਾਰਡਸ ਦੇ ਵਿੱਚ ਕੀ ਹੋ ਸਕਦਾ ਹੈ? ਬਿਲਕੁਲ ਜੀ, ਬਹੁਤ ਅਹਿਮ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ। ਹਾਲਾਂਕਿ ਜਸਟਿਨ ਟਰੂਡੋ ਉਹਨਾਂ ਨੇ ਪਹਿਲਾਂ ਵੀ ਇਹ ਵਾਅਦਾ ਕੀਤਾ ਸੀਗਾ ਕਿ ਜਿਹੜੇ ਸਰਕਾਰ ਵੱਲੋਂ ਕੁਝ ਅਫੀਸ਼ੀਅਲਸ ਰਿਕਾਰਡ ਹੈਗੇ ਨੇ ਇਹਨਾਂ ਰੈਜ਼ੀਡੈਂਸ਼ੀਅਲ ਸਕੂਲਸ ਦੇ, ਕਿਉਂਕਿ ਬਹੁਤ ਵੱਡਾ ਮਸਲਾ ਇਹ ਬਣ ਗਿਆ ਸੀਗਾ ਇਸ ਸਾਲ ਜਦੋਂ ਹਾਲਾਂਕਿ ਮਸਲਾ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਕਾਫੀ ਵੱਡਾ ਰਿਹਾ ਸੀ, ਕਾਫੀ ਵਿਰੋਧ ਇਹਨਾਂ ਦਾ ਕੀਤਾ ਜਾਂਦਾ ਸੀਗਾ ਜਿਸ ਤਰੀਕੇ ਨਾਲ ਇੱਥੋਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਸੀ। ਪਰ ਇਹਨਾਂ ਦੇ ਬੰਦ ਹੋਣ ਤੋਂ ਬਾਅਦ ਹੁਣ ਜਦੋਂ ਕਈ ਸਾਲਾਂ ਬਾਅਦ ਅਨਮਾਰਕ ਜਿਹੜੀਆਂ ਕਬਰਾਂ ਮਿਲੀਆਂ ਨੇ ਉਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਭਖ ਗਿਆ ਸੀ। ਖਾਸ ਕਰਕੇ ਚੋਣਾਂ ਤੋਂ ਪਹਿਲਾਂ ਇਹ ਮਾਮਲਾ ਸਾਹਮਣੇ ਆਇਆ ਸੀਗਾ। ਸੋ ਸਰਕਾਰ ਵੱਲੋਂ ਇਹ ਵਾਅਦਾ ਕੀਤਾ ਗਿਆ ਸੀਗਾ ਕਿ ਜਿਹੜੇ ਰਿਕਾਰਡਸ ਆ ਹੋਰ ਪਏ ਨੇ, ਕਿਉਂਕਿ ਇਹਨੂੰ ਗਵਰਨਮੈਂਟ ਫੰਡਡ ਅਤੇ ਕੈਥੋਲਿਕ ਚਰਚ ਵੱਲੋਂ ਜਿਹੜਾ ਇਹ ਚਲਾਏ ਜਾਂਦੇ ਸੀਗੇ। ਸੋ ਇਸ ਸੰਬੰਧੀ ਹੋਰ ਵੀ ਜਿਹੜੇ ਸਰਕਾਰੀ ਰਿਕਾਰਡ ਨੇ, ਜੋ ਸਰਕਾਰ ਕੋਲ ਜਾਣਕਾਰੀ ਆ, ਉਹ ਜਿਹੜੇ ਆ ਹੁਣ ਜਨਤਕ ਕੀਤੇ ਜਾਣੇ ਆ ਔਰ 30 ਦਿਨ ਦੇ ਵਿੱਚ ਕਿਹਾ ਜਾ ਰਿਹਾ ਕਿ ਜਿਹੜੀ ਜਾਣਕਾਰੀ ਆ ਜਨਤਕ ਕੀਤੀ ਜਾਵੇਗੀ। ਸੋ ਉਮੀਦ ਆ ਕਿ ਜਦੋਂ ਇਹ ਜਾਣਕਾਰੀ ਜਨਤਕ ਕੀਤੀ ਜਾਵੇਗੀ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਨਿਕਲ ਕੇ ਸਾਹਮਣੇ ਆਉਣਗੀਆਂ। ਹੋ ਸਕਦਾ ਕਿ ਸਰਕਾਰ ਉਸ ਵੇਲੇ ਦੀ ਜਿਹੜੀ ਉਦੋਂ ਦੀ ਤਤਕਾਲੀ ਸਰਕਾਰ ਸੀ ਜਿਸ ਵਕਤ ਇਹ ਸਕੂਲ ਚੱਲ ਰਹੇ ਸੀਗੇ, ਕਿਸ ਤਰੀਕੇ ਨਾਲ ਇਹਨਾਂ ਸਕੂਲਾਂ ਨੂੰ ਫੰਡ ਕਰਦੀ ਸੀ ਜਾਂ ਕਿਸ ਤਰੀਕੇ ਨਾਲ ਚੱਲਦੇ ਸੀ, ਜਾਂ ਹੋ ਸਕਦਾ ਕਿ ਹੋਰ ਕੋਈ ਇੱਥੋਂ ਕਿੰਨੀਆਂ ਮੌਤਾਂ ਹੋਈਆਂ ਨੇ, ਕਿੰਨੀਆਂ ਇੱਥੇ ਬੱਚਿਆਂ ਤੇ ਅਤਿਆਚਾਰ ਹੋਇਆ, ਕੁਝ ਉਸ ਸੰਬੰਧੀ ਕੋਈ ਹੋਰ ਜਾਣਕਾਰੀ ਸ਼ਾਇਦ ਨਵੀਂ ਸਾਹਮਣੇ ਆ ਸਕਦੀ ਆ। ਸੋ ਬਹੁਤ ਵੱਡੀ ਖਬਰ ਇਹ ਹੈਗੀ ਆ ਤੇ ਉਸ ਦਿਨ ਵੀ ਬਹੁਤ ਵੱਡੀ ਖਬਰ ਹੋਵੇਗੀ ਜਿਸ ਦਿਨ ਇਹ ਜਾਣਕਾਰੀ ਜਨਤਕ ਹੋਵੇਗੀ। ਜੀ ਮਨਦੀਪ ਜੀ, ਇਸ ਤੋਂ ਬਾਅਦ ਗੱਲ ਕਰਦੇ ਹਾਂ ਓਨਟਾਰੀਓ ਦੀ। ਓਨਟਾਰੀਓ ਵੱਲੋਂ ਜਿਸ ਤਰ੍ਹਾਂ ਐਲਾਨ ਕੀਤਾ ਗਿਆ ਸੀ ਕਿ ਜਨਵਰੀ ਮਹੀਨੇ ਦੌਰਾਨ ਕਈ ਥਾਵਾਂ ਤੋਂ ਪ੍ਰੂਫ ਆਫ ਵੈਕਸੀਨੇਸ਼ਨ ਦੀ ਰਿਕੁਆਇਰਮੈਂਟ ਨੂੰ ਹਟਾ ਦਿੱਤਾ ਜਾਵੇਗਾ, ਪਰ ਹੁਣ ਜਦੋਂ ਕਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਸਾਹਮਣੇ ਆਇਆ ਤਾਂ ਫਿਰ ਓਨਟਾਰੀਓ ਦੇ ਜਿਹੜੇ ਓਨਟਾਰੀਓ ਦੀ ਸਿਹਤ ਮੰਤਰੀ ਆ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਇਹ ਪਾਬੰਦੀ ਵਿੱਚ ਅਜੇ ਢਿੱਲ ਨਹੀਂ ਦਿੱਤੀ ਜਾਏਗੀ। ਸੋ ਜੋ ਇੱਥੇ ਹਾਲਾਤ ਬਣੇ ਹੋਏ ਨੇ ਤਾਂ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ?
ਬਿਲਕੁਲ ਜੀ, ਅੰਟਾਰੀਓ ਵੱਲੋਂ ਪਹਿਲਾਂ ਕਿਹਾ ਗਿਆ ਸੀ, ਮਾੜਾ ਜਿਹਾ ਇਸ਼ਾਰਾ ਦਿੱਤਾ ਗਿਆ ਸੀ ਕਿ ਹੋ ਸਕਦਾ ਕਿ ਅਸੀਂ ਜਨਵਰੀ ਦੇ ਵਿੱਚ ਜਿਹੜਾ ਪ੍ਰੂਫ ਆਫ ਵੈਕਸੀਨੇਸ਼ਨ ਹੈ, ਜਿਸ ਤਰੀਕੇ ਨਾਲ ਅਸੀਂ ਇਸ ਵਕਤ ਦੇਖਦੇ ਹਾਂ ਕਿ ਤੁਸੀਂ ਕਿਤੇ ਡਾਈਨ ਇਨ ਕਰਨ ਜਾਂਦੇ ਹੋ ਜਾਂ ਕਿਤੇ ਇਨਡੋਰ ਪਬਲਿਕ ਪਲੇਸਸ ਤੇ ਜਾਂਦੇ ਹੋ ਜਿੱਥੇ ਈਵੈਂਟ ਹੁੰਦੇ ਨੇ, ਤਾਂ ਉੱਥੇ ਪ੍ਰੂਫ ਆਫ ਵੈਕਸੀਨੇਸ਼ਨ ਜਿਹੜਾ ਉਹ ਦਿਖਾਉਣਾ ਪੈਂਦਾ, ਉਸ ਤੋਂ ਬਾਅਦ ਅਸੀਂ ਦਾਖਲ ਹੋ ਸਕਦੇ ਹਾਂ। ਔਰ ਇਹਨੂੰ ਹੁਣ ਜਿਹੜਾ ਵਧਾਉਣ ਦੀ ਗੱਲ ਕੀਤੀ ਜਾ ਰਹੀ ਆ, ਕਿਉਂਕਿ ਸ਼ਾਇਦ ਇਹ ਥੋੜਾ ਜਿਹਾ ਉਦੋਂ ਕਿਹਾ ਗਿਆ ਸੀ ਕਿ ਹੋ ਸਕਦਾ ਕਿ ਅਸੀਂ ਜਨਵਰੀ ਵਿੱਚ ਹਟਾ ਲਈਏ, ਪਰ ਜੇਕਰ ਅਸੀਂ ਇਸ ਵਕਤ ਦੇਖੀਏ ਤਾਂ ਅੰਟਾਰੀਓ ਵਿੱਚੋਂ ਹੱਲੇ ਵੀ ਕਰੋਨਾ ਦੇ ਮਾਮਲੇ ਕਾਫੀ ਆ ਰਹੇ ਨੇ ਔਰ 800 900 700 ਇਸ ਐਵਰੇਜ ਦੇ ਹਿਸਾਬ ਨਾਲ ਰੋਜ਼ਾਨਾ ਉੱਥੋਂ ਮਾਮਲੇ ਨਿਕਲ ਕੇ ਸਾਹਮਣੇ ਆ ਰਹੇ ਨੇ। ਔਰ ਇਸੇ ਦੌਰਾਨ ਜਿਹੜੀ ਇਹ ਨਵੇਂ ਓਮੀਕਰੋਨ ਦੀ ਜਿਹੜੀ ਵੇਰੀਐਂਟ ਦੀ ਆਮਦ ਹੋਈ ਆ, ਇਹਨੂੰ ਲੈ ਕੇ ਵੀ ਕਾਫੀ ਚਿੰਤਾ ਵਧੀ ਹੋਈ ਆ। ਹਾਲਾਂਕਿ ਜਿਵੇਂ ਅੱਜ ਅਸੀਂ ਖਬਰਾਂ ਸਾਂਝੀਆਂ ਕੀਤੀਆਂ, ਜਿਹੜੇ ਅਮਰੀਕਾ ਦੇ ਚੀਫ ਮੈਡੀਕਲ ਐਡਵਾਈਜ਼ਰ ਨੇ ਜਾਂ ਜਿਵੇਂ ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਦਾ ਬਿਆਨ ਆਇਆ, ਹੋ ਸਕਦਾ ਕਿ ਇਸੇ ਤਰੀਕੇ ਦਾ ਕੁਝ ਜਾਣਕਾਰੀ ਜਿਹੜੀ ਉਹ ਅੰਟਾਰੀਓ ਸਰਕਾਰ ਕੋਲ ਵੀ ਹੋਵੇ। ਪਰ ਜਿਹੜਾ ਫਿਰ ਵੀ ਅਸੀਂ ਦੇਖੀਏ ਤਾਂ ਨਾਰਮਲ ਦੇ ਵਿੱਚ ਮਾਮਲੇ ਉੱਥੋਂ ਹਲੇ ਕਾਫੀ ਆ ਰਹੇ ਨੇ ਔਰ ਇਹ ਸੁਭਾਵਿਕ ਆ ਕਿ ਹਲੇ ਅਹਤਿਆਤ ਜਿਹੜੀ ਉਹ ਵਰਤੀ ਜਾਵੇਗੀ, ਸਾਵਧਾਨੀ ਰੱਖੀ ਜਾਵੇਗੀ। ਸੋ ਇਸੇ ਕਰਕੇ ਕਿਉਂਕਿ ਹੁਣ ਦਸੰਬਰ ਚੱਲ ਰਿਹਾ ਤੇ ਅੱਗੇ ਜਨਵਰੀ ਮਹੀਨਾ ਆਉਣਾ, ਸੋ ਉਮੀਦ ਸੀ ਕਿ ਇਹ ਜਿਹੜੀ ਮਿਆਦ ਜਿਹੜੀ ਵਧਾਈ ਜਾਵੇਗੀ ਪ੍ਰੂਫ ਆਫ ਵੈਕਸੀਨੇਸ਼ਨ ਦੀ। ਸੋ ਦੇਖਦੇ ਹਾਂ ਕਿ ਅੱਗੇ ਹੋਰ ਕਿਹੜੀ ਤਰੀਕ ਪੈਂਦੀ ਹੈ, ਕਿੰਨੇ ਮਹੀਨੇ ਜਾਂ ਕਿੰਨੇ ਸਾਲ ਇਹ ਕੰਮ ਚੱਲਦਾ ਆ। ਵੱਡੇ ਮਾਹਰ ਤਾਂ ਇਹੀ ਕਹਿ ਰਹੇ ਆ ਕਿ ਹੁਣ ਸਾਨੂੰ ਸਾਰੀ ਉਮਰ ਹੀ ਇਸ ਕੋਵਿਡ ਦੇ ਨਾਲ ਕੱਢਣੀ ਪੈਣੀ ਆ, ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਆਉਂਦਾ ਰਹੇਗਾ ਜਦੋਂ ਤੱਕ ਇਹਨੂੰ ਪੂਰੀ ਦੁਨੀਆ ਦੇ ਵਿੱਚੋਂ ਸਾਫ਼ ਨਹੀਂ ਕੀਤਾ ਜਾਂਦਾ, ਜਦੋਂ ਤੱਕ ਜਿਹੜੇ ਪਿਛੜੇ ਮੁਲਕ ਆ, ਜਿਹੜੇ ਗਰੀਬ ਮੁਲਕ ਆ, ਜਿਹੜੇ ਹਾਲੇ ਤੱਕ ਵੈਕਸੀਨ ਅਫੋਰਡ ਨਹੀਂ ਕਰ ਪਾ ਰਹੇ, ਕਿਉਂਕਿ ਜਿੱਥੋਂ ਇਸ ਵਕਤ ਓਮੀਕਰੋਨ ਵੀ ਨਿਕਲ ਕੇ ਆਇਆ ਉੱਥੇ ਵੀ ਮਹਿਜ 24% ਲੋਕਾਂ ਦੇ ਜਿਹੜੀ ਵੈਕਸੀਨ ਲੱਗੀ ਹੋਈ ਆ। ਔਰ ਇਹ ਕਿਹਾ ਜਾ ਰਿਹਾ ਕਿ ਜਦ ਤੱਕ ਹਰੇਕ ਬੰਦੇ ਦੇ ਇਸ ਪਲੈਨਟ ਤੇ ਵੈਕਸੀਨ ਨਹੀਂ ਲੱਗ ਜਾਂਦੀ, ਉਦੋਂ ਤੱਕ ਇਹਦੇ ਖਾਸ਼ੇ ਇਸੇ ਤਰੀਕੇ ਨਾਲ ਰਹਿਣਗੇ ਕਿ ਇਹ ਨਵੇਂ ਰੂਪ ਚ ਆਉਂਦਾ ਰਹੇਗਾ। ਸੋ ਦੇਖਦੇ ਆ ਇਹ ਪ੍ਰੂਫ ਆਫ ਵੈਕਸੀਨੇਸ਼ਨ ਵੀ ਹੁਣ ਕਿੰਨਾ ਸਮਾਂ ਹੋਰ ਚਲਾਉਣਾ ਪੈਂਦਾ ਹੈ। ਜੀ ਮਨਦੀਪ ਜੀ, ਇਸ ਤੋਂ ਬਾਅਦ ਇੱਕ ਹੋਰ ਜਾਣਕਾਰੀ ਦੀ ਤੁਹਾਡੇ ਤੋਂ ਹਾਸਿਲ ਕਰਨਾ ਚਾਹਾਂਗੇ। ਜਿਸ ਤਰ੍ਹਾਂ ਹੁਣ ਬੂਸਟਰ ਸ਼ਾਟ ਨੂੰ ਲੈ ਕੇ ਲਗਾਤਾਰ ਚਰਚਾ ਤੇਜ਼ ਹੋ ਰਹੀ ਹੈ ਤੇ ਕੈਨੇਡਾ ਤੋਂ ਇਸ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ? ਬਿਲਕੁਲ ਜੀ, ਕਿਉਂਕਿ ਓਮੀਕਰੋਨ ਦੀ ਆਮਦ ਨੇ ਜਿਹੜਾ ਵਾ ਉਹ ਬੂਸਟਰ ਸ਼ਾਟ ਨੂੰ ਵੀ ਜਿਹੜਾ ਵਾ ਕਾਫੀ ਅਹਿਮੀਅਤ ਦਿੱਤੀ ਆ। ਇਸ ਤੋਂ ਪਹਿਲਾਂ 70 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਦੇ ਬੂਸਟਰ ਸ਼ਾਟ ਜਿਹੜੇ ਉਹ ਲੱਗ ਰਹੇ ਸੀਗੇ ਔਰ ਇਹਨੂੰ ਲੈ ਕੇ ਹੁਣ ਜਦੋਂ ਓਮੀਕਰੋਨ ਦੀ ਆਮਦ ਹੋਈ ਤਾਂ ਉਸ ਤੋਂ ਬਾਅਦ ਫਿਰ ਇਹਨੂੰ ਘਟਾ ਦਿੱਤਾ ਗਿਆ। ਕਿਊਬਕ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ 50 ਸਾਲ ਦੇ ਹੁਣ ਇਹਦੀ ਐਲੀਜੀਬਿਲਟੀ ਕੀਤੀ ਜਾਵੇਗੀ। ਹਾਲਾਂਕਿ ਸਭ ਤੋਂ ਪਹਿਲਾਂ ਅੰਟਾਰੀਓ ਵੱਲੋਂ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ, ਕਿਊਬਕ ਵੱਲੋਂ ਵੀ ਇਹ ਲਗਭਗ ਫੈਸਲਾ ਲੈ ਲਿਆ ਗਿਆ ਕਿ ਐਲੀਜੀਬਿਲਟੀ ਜਿਹੜੀ ਆ ਉਹ 50 ਸਾਲ ਕੀਤੀ ਜਾਵੇਗੀ। ਹੁਣ 50 ਸਾਲ ਤੋਂ ਉੱਪਰ ਦੇ ਜਿਹੜੇ ਲੋਕ ਆ ਉਹਨਾਂ ਦੇ ਬੂਸਟਰ ਸ਼ਾਟ ਜਿਹੜੇ ਇਹਨਾਂ ਦੋਨਾਂ ਸੂਬੇ 'ਚ ਲੱਗਣਗੇ ਔਰ BC ਤੋਂ ਵੀ ਕੁਝ ਇਸੇ ਤਰੀਕੇ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ ਜੇਕਰ ਅਸੀਂ ਕਹੀਏ ਤਾਂ 70 ਸਾਲ ਤੋਂ ਉੱਪਰ ਦੇ ਜਿਹੜੇ ਆ ਲੋਕ ਉਹ 50% ਜਿਹੜਾ ਵਾ ਬੂਸਟਰ ਸ਼ਾਟ BC ਦੇ ਵਿੱਚ ਲਗਵਾ ਵੀ ਚੁੱਕੇ ਆ ਔਰ ਇੱਥੇ ਵੀ ਹੋ ਸਕਦਾ ਐਲੀਜੀਬਿਲਟੀ ਘਟਾ ਦਿੱਤੀ ਜਾਵੇ। ਹਾਲਾਂਕਿ ਜਿਸ ਤਰੀਕੇ ਨਾਲ ਅੱਜ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਸਿਹਤ ਮੰਤਰੀ ਆ ਐਂਡਰੂ ਡਿਕਸ, ਉਹਨਾਂ ਨੇ ਜੋ ਬਿਆਨ ਦਿੱਤਾ ਆ ਉਹ ਕਾਫੀ ਰਿਲੈਕਸ ਕਰਨ ਵਾਲਾ ਆ, ਕਾਫੀ ਰਾਹਤ ਦੇਣ ਵਾਲਾ ਆ। ਪਰ ਫਿਰ ਵੀ ਕਿਉਂਕਿ ਕੋਵਿਡ ਹਜੇ ਕਿਤੇ ਨਹੀਂ ਗਿਆ, ਮਾਮਲੇ ਹੱਲੇ ਵੀ ਕਾਫੀ ਸਾਹਮਣੇ ਆ ਰਹੇ ਨੇ, ਹੱਲੇ ਵੀ ਜਾਨਾਂ ਜਿਹੜੀਆਂ ਉਹ ਜਾ ਰਹੀਆਂ ਨੇ। ਸੋ ਇਸ ਲਈ ਜਿਹੜਾ ਵਾ ਕਿਤੇ ਵੀ ਕੋਈ ਢਿੱਲ ਨਹੀਂ ਵਰਤੀ ਜਾ ਰਹੀ। ਸੋ ਹੋ ਸਕਦਾ ਕਿ ਬੂਸਟਰ ਸ਼ਾਟ ਜਿਹੜਾ ਵਾ ਉਹ ਪੂਰੇ ਕੈਨੇਡਾ ਦੇ ਵਿੱਚ ਜਲਦ ਤੋਂ ਜਲਦ ਜਿਹੜਾ ਵਾ ਬਾਕੀ ਜਿਹੜੇ ਉਮਰ ਦੇ ਲੋਕ ਆ, ਜਿਹੜੇ 18 ਸਾਲ ਤੋਂ ਉੱਪਰ ਦੇ ਆ, ਉਹਨਾਂ ਲਈ ਵੀ ਅਸੀਂ ਦੇਖ ਸਕਦੇ ਹਾਂ ਕਿ ਅਵੇਲੇਬਲ ਹੋ ਜਾਵੇਗਾ। ਹੱਲੇ ਐਲੀਜੀਬਿਲਟੀ ਇਹਦੀ 50 ਸਾਲ ਕਈ ਸੂਬੇ 'ਚ ਰੱਖੀ ਗਈ ਆ ਔਰ ਇਹ ਹੌਲੀ ਘਟਣ ਦੀ ਉਮੀਦ ਹੈਗੀ ਹੈ। ਜੀ ਮਨਦੀਪ ਜੀ, ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਹੁਣ ਕਰੋਨਾ ਜਿਵੇਂ ਟੀਕਾ ਲਗਾਇਆ ਜਾਂਦਾ ਸੀ, ਪਰ ਹੁਣ ਉਸ ਦੇ ਨਾਲ ਸੰਬੰਧਿਤ ਇੱਕ ਦਵਾਈ ਵੀ ਤਿਆਰ ਕੀਤੀ ਗਈ ਹੈ। ਮਰਕ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਕੈਨੇਡਾ ਨਾਲ ਜੁੜੀ ਹੋਈ ਇੱਕ ਅਪਡੇਟ ਦੱਸੀ ਹੈ। ਉਹ ਤੁਹਾਡੇ ਤੋਂ ਜਾਣਨਾ ਚਾਹੋਗੇ ਕਿ ਮਰਕ ਵੱਲੋਂ ਜੋ ਹੁਣ ਕਰੋਨਾ ਦੀ ਪਿਲ ਤਿਆਰ ਕਰੇਗੀ ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਹੈ? ਬਿਲਕੁਲ ਜੀ, ਮਰਕ ਵੱਲੋਂ ਜਿਹੜੀ ਇਹ ਗੋਲੀ ਤਿਆਰ ਕੀਤੀ ਗਈ ਹੈ, ਸਭ ਤੋਂ ਪਹਿਲਾਂ ਇਹ ਇੰਗਲੈਂਡ ਨੇ ਅਪਰੂਵ ਕੀਤੀ ਆ ਔਰ ਉਸ ਤੋਂ ਬਾਅਦ ਫਿਰ ਫਾਈਜ਼ਰ ਵੱਲੋਂ ਖਬਰ ਆਉਂਦੀ ਆ ਕਿ ਫਾਈਜ਼ਰ ਵੀ ਇਸ ਉੱਤੇ ਕੰਮ ਕਰ ਰਿਹਾ ਔਰ ਇੰਗਲੈਂਡ ਨੇ 2.5 ਲੱਖ ਗੋਲੀਆਂ ਦਾ ਆਰਡਰ ਉਹ ਤੋਂ ਦੇ ਵੀ ਦਿੱਤਾ ਸੀ। ਹਾਲਾਂਕਿ ਹਲੇ ਕਿਸੇ ਪਾਸੇ ਅਪਰੂਵ ਇਹ ਨਹੀਂ ਹੋਈ ਆ ਕੈਨੇਡਾ ਦੇ ਵਿੱਚ। ਇੰਗਲੈਂਡ ਵਿੱਚ ਵੀ ਹਲੇ ਹਾਲਾਂਕਿ ਫਾਈਜ਼ਰ ਦੀ ਜਿਹੜੀ ਅਪਰੂਵ ਨਹੀਂ ਹੋਈ ਸੀ, ਪਰ ਉਹਨਾਂ ਨੂੰ ਕੌਨਫੀਡੈਂਸ ਹੀ ਹੁੰਦਾ ਫਾਈਜ਼ਰ ਉੱਤੇ ਕਿ ਉਹਨਾਂ ਨੇ ਪਹਿਲਾਂ ਹੀ ਇਹਦਾ ਆਰਡਰ ਕਰ ਦਿੱਤਾ। ਸੋ ਹੌਲੀ ਜਿਹੜਾ ਵਾ, ਕਿਉਂਕਿ ਪਹਿਲਾਂ ਤਾਂ ਵੈਕਸੀਨ ਹੀ ਬਹੁਤ ਔਖੀ ਬਣੀ, ਕਈ ਜਿਹੜੇ ਆ ਮਹੀਨੇ ਲੰਘ ਗਏ, ਲਗਭਗ ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ ਜਦੋਂ ਇਹ ਫਿਰ ਵੈਕਸੀਨ ਹੋਣ ਚਾਹੀ ਔਰ ਜਦੋਂ ਫਿਰ ਹੋਣ ਚਾਹੀ ਤਾਂ ਜਿਹੜੇ ਅਮੀਰ ਮੁਲਕ ਸੀ ਉਹਨਾਂ ਵੱਲੋਂ ਧੜਾ ਧੜ ਇਹਦੀ ਜਿਹੜੀ ਉਹ ਖਰੀਦੋ ਫਰੋਖਤ ਕੀਤੀ ਗਈ। ਹਾਲਾਂਕਿ ਜਿਹੜੇ ਕੈਨੇਡਾ ਵਰਗੇ ਮੁਲਕ ਆ
ਔਰ ਹੋਰ ਜਿਹੜੇ ਵੱਡੇ ਮੁਲਕ ਹੈ ਉਹਨਾਂ ਨੇ ਤਾਂ ਪਹਿਲਾਂ ਹੀ ਇਨਵੈਸਟ ਕਰ ਦਿੱਤਾ ਸੀ ਇਹਨਾਂ ਕੰਪਨੀਆਂ ਦੇ ਵਿੱਚ ਵੈਕਸੀਨ ਬਣਨ ਤੋਂ, ਔਰ ਪਹਿਲਾਂ ਹੀ ਇਹ ਵਾਅਦਾ ਲੈ ਲਿਆ ਸੀ ਕਿ ਜਦੋਂ ਵੀ ਇਹ ਵੈਕਸੀਨ ਬਣ ਕੇ ਤਿਆਰ ਹੋਊਗੀ, ਜਦੋਂ ਇਹ ਟੀਕਾ ਬਣੇਗਾ ਤਾਂ ਸਭ ਤੋਂ ਪਹਿਲਾਂ ਜਿਹੜੀ ਇਹ ਸਾਡੇ ਮੁਲਕ ਨੂੰ ਜਿਹੜਾ ਵਾ ਉਹ ਦਿੱਤਾ ਜਾਊਗਾ। ਸੋ ਉਸ ਤਰੀਕੇ ਨਾਲ ਫਿਰ ਕੈਨੇਡਾ ਦੇ ਵਿੱਚ ਹੁਣ ਤੱਕ ਕੈਨੇਡਾ ਕੋਲ ਇੰਨੀ ਵੈਕਸੀਨ ਹੈ ਕਿ ਕੈਨੇਡਾ ਦੇ ਵਿੱਚ ਵਾਧੂ ਟੀਕੇ ਪਏ ਨੇ, ਖਰਾਬ ਹੋ ਰਹੇ ਨੇ ਔਰ ਸੁੱਟਣੇ ਪੈ ਰਹੇ ਨੇ ਕੈਨੇਡਾ ਨੂੰ ਟੀਕੇ, ਇੰਨੀ ਵੈਕਸੀਨ ਇੱਥੇ ਇਸ ਵਕਤ ਹੈਗੀ ਆ। ਜਸਟਿਨ ਟਰੂਡੋ ਵੀ ਇਹ ਬਿਆਨ ਦੇ ਰਹੇ ਨੇ ਕਿ ਸਾਡੇ ਕੋਲ ਵਾਧੂ ਵੈਕਸੀਨ ਪਈ ਆ, ਤੁਸੀਂ ਇਹਨੂੰ ਲਵਾ ਲਓ। ਔਰ ਹੁਣ ਤਾਂ 5 ਸਾਲ ਤੋਂ ਉੱਪਰ ਜਿਹੜੇ ਬੱਚੇ ਆ ਉਹਨਾਂ ਦੇ ਵੈਕਸੀਨ ਲੱਗਣੀ ਸ਼ੁਰੂ ਹੋਵੇਗੀ। ਪਰ ਕੈਨੇਡਾ ਨੂੰ ਦਿੱਕਤ ਇਹ ਆਈ ਸੀ ਕਿ ਕੈਨੇਡਾ ਦੇ ਵਿੱਚ ਇੱਕ ਵੀ ਪਲਾਂਟ ਅਜਿਹਾ ਹੈ ਨਹੀਂ ਸੀ ਵੈਕਸੀਨ ਦਾ, ਕਿ ਕੈਨੇਡਾ ਦੇ ਵਿੱਚ ਜਿਹੜੀ ਵੈਕਸੀਨ ਜਿੰਨੀ ਵੀ ਆਈ ਆ ਉਹ ਸਾਰੀ ਕੈਨੇਡਾ ਤੋਂ ਬਾਹਰੋਂ ਆਈ ਆ। ਸੋ ਹੁਣ ਕੈਨੇਡਾ ਦੇ ਵਿੱਚ ਵੀ ਇੱਕ ਵੈਕਸੀਨ ਦਾ ਪਲਾਂਟ ਜਿਹੜਾ ਲੱਗਣ ਜਾ ਰਿਹਾ। ਉਦੋਂ ਇਸ ਵਕਤ ਇਸ ਮੁੱਦੇ ਤੇ ਸਿਆਸਤ ਬਹੁਤ ਹੋਈ ਸੀ, ਲਿਬਰਲ ਨੂੰ ਘੇਰਿਆ ਗਿਆ ਸੀ ਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੀ ਸਰਕਾਰ ਹੈ ਉਹ ਇੱਕ ਵੀ ਪਲਾਂਟ ਨਹੀਂ ਲਾ ਸਕੇ। ਜਸਟਿਨ ਟਰੂਡੋ ਨੇ ਬਿਆਨ ਦਿੱਤਾ ਜੀ ਜਿਹੜਾ ਕੈਨੇਡਾ ਦੇ ਵਿੱਚ ਲੱਗ ਰਿਹਾ ਸੀਗਾ ਉਹ ਜਿਹੜੀ ਹਾਰਪਰ ਸਰਕਾਰ ਸੀ ਉਹਨਾਂ ਤੋਂ ਪਹਿਲਾਂ ਉਹਨੇ ਉਹਦੇ ਤੇ ਰੋਕ ਲਾ ਦਿੱਤੀ ਸੀ। ਸੋ ਬਹੁਤ ਤਰੀਕਿਆਂ ਦੀ ਸਿਆਸਤ ਹੋਈ ਆ। ਸੋ ਲੋਕਾਂ ਨੇ ਉਦੋਂ ਵੀ ਕਾਫੀ ਮਹਿਸੂਸ ਕੀਤਾ ਸੀ ਕਿ ਹੈਲਥ ਵਾਲੇ ਪਾਸੇ ਜਿਹੜਾ ਵਾ ਹੈਲਥ ਕੇਅਰ ਵਾਲੇ ਪਾਸੇ ਬਹੁਤ ਜ਼ਿਆਦਾ ਹੋਰ ਇਨਵੈਸਟ ਕਰਨ ਦੀ ਲੋੜ ਹੈ ਕੈਨੇਡਾ ਨੂੰ। ਔਰ ਇਹ ਤਾਂ ਕਾਫੀ ਕਮੀ ਮਹਿਸੂਸ ਹੋਈ ਸੀ ਕਿ ਵੈਕਸੀਨ ਦਾ ਇੱਕ ਵੀ ਪਲਾਂਟ ਕੈਨੇਡਾ ਦੇ ਵਿੱਚ ਹੈ ਨਹੀਂ। ਬੜੀ ਕੁਝ ਲੋਕਾਂ ਲਈ ਹੈਰਾਨੀ ਦੀ ਵੀ ਗੱਲ ਸੀ ਕਿ ਇੰਨਾ ਵੱਡਾ ਤੇ ਚਰਚਿਤ ਅਮੀਰ ਮੁਲਕ ਆ ਪਰ ਹਾਲੇ ਇੱਥੇ ਵੈਕਸੀਨ ਦਾ ਇੱਕ ਵੀ ਪਲਾਂਟ ਹੈ ਨਹੀਂ। ਸੋ ਪਲਾਂਟ ਜਿਹੜਾ ਹੁਣ ਉਹ ਕੈਨੇਡਾ ਦੇ ਵਿੱਚ ਲੱਗਣ ਜਾ ਰਿਹਾ। ਸੋ ਦੇਖਦੇ ਆ ਕਿ ਕਦੋਂ ਉਹਦੀ ਪ੍ਰੋਡਕਸ਼ਨ ਸ਼ੁਰੂ ਹੁੰਦੀ ਆ। ਸੋ ਇਸ ਤਰੀਕੇ ਨਾਲ ਲਗਾਤਾਰ ਜਿਹੜੀਆਂ ਵੈਕਸੀਨ ਨਾਲ ਜੁੜੀਆਂ ਤੇ ਉਹਦੇ ਨਾਲ ਜਿਹੜੀਆਂ ਜੁੜੀਆਂ ਕੰਪਨੀਆਂ ਨੇ ਉਹਨਾਂ ਨਾਲ ਸੰਬੰਧਿਤ ਖਬਰਾਂ ਹਾਲੇ ਵੀ ਸਾਹਮਣੇ ਆ ਰਹੀਆਂ ਨੇ। ਜੀ ਮਨਦੀਪ ਜੀ, ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਵਿੱਚ तमाम ਖਬਰਾਂ ਤੇ ਵਿਚਾਰ ਚਰਚਾ ਕਰਨ ਵਾਸਤੇ। ਜੀ ਬਹੁਤ ਬਹੁਤ ਧੰਨਵਾਦ ਜੀ। ਸੋ ਇਸੇ ਤਰ੍ਹਾਂ ਰੋਜ਼ਾਨਾ ਪ੍ਰੋਗਰਾਮ ਕੈਨੇਡਾ ਨਾਓ ਰਾਹੀਂ ਤੁਹਾਡੇ ਰੂਬਰੂ ਹੁੰਦੇ ਰਵਾਂਗੇ, ਜਿੱਥੇ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਗੱਲ ਹੋਏਗੀ। ਸਾਨੂੰ ਦਿਓ ਇਜਾਜ਼ਤ ਤੇ ਬਾਕੀ ਖਬਰਾਂ ਲਈ ਬਣੇ ਰਹੋ ਟੀਵੀ ਪੰਜਾਬ ਨਾਲ।